ਅੱਜ ਦਾ ਸਾਡਾ ਲੇਖ ਹੈ ਸਦੀਆਂ ਪੁਰਾਣੀ ਜਜ਼ਬਾਤੀ ਖਿੱਚ ਭਰੀ ਤਵਾਰੀਖ 3701 ਏਕੜ ਜ਼ਮੀਨ ਮਾਮਲਾ। ਇਸ ਲਿਖਤ ਦੇ ਲੇਖਕ ਨੇ ਗੁਰਦਰਸ਼ਨ ਸਿੰਘ ਲੁੱਦਰ ਜੀ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਜੰਡਾਵਾਲਾ, ਹਰ ਰਾਏਪੁਰ, ਜੀਦਾ, ਖੇਮੂਆਣਾ, ਗੋਨੇਆਣਾ ਅਤੇ ਵਿਰਕ ਕਲਾਂ ਪਿੰਡਾਂ ਦੀ 3701 ਏਕੜ ਜ਼ਮੀਨ ਮਾਲਕੀ 'ਤੇ ਉਂਗਲ ਉਠਾਉਂਦਿਆਂ ਇਹ ਮੁੱਦਾ ਵਿਖਾਇਆ ਗਿਆ ਹੈ ਕਿ ਸਾਲ 2012 ਦੌਰਾਨ ਤਤਕਾਲੀਨ ਪੰਜਾਬ ਕੈਬਨਿਟ ਦੇ ਫੈਸਲੇ ਅਨੁਸਾਰ ਕਾਸ਼ਤਕਾਰਾਂ ਨੂੰ ਇਹਨਾਂ ਜ਼ਮੀਨਾਂ ਦੇ ਮਾਲਕੀ ਹੱਕ ਦੇਣੇ ਨਿਯਮਤ ਨਹੀਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਘੋਖ ਕਰਕੇ ਸਾਲ 2012 ਦੇ ਕੈਬਨਿਟ ਦੇ ਫੈਸਲੇ ਦੇ ਉਲਟ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤਾਂ ਕਿ 8,000 ਕਰੋੜ ਰੁਪਏ ਦੀ ਆਂਕੀ ਗਈ ਉਕਤ ਜ਼ਮੀਨ ਨੂੰ ਕਾਸ਼ਤਕਾਰਾਂ ਦੇ ਹੇਠੋਂ ਕੱਢ ਕੇ ਪੰਚਾਇਤੀ ਸੰਪੱਤੀ ਵਜੋਂ ਰੱਖਿਆ ਜਾਵੇ। ਕਿਸਾਨਾਂ ਲਈ ਉਕਤ ਜ਼ਮੀਨ ਮਾਲਕ ਬਣਨ ਦਾ ਆਧਾਰ ਸਾਲ 2012 ਤੋਂ ਲੈ ਕੇ ਸਿਰਫ ਇੱਕ ਦਹਾਕਾ ਪੁਰਾਣਾ ਹੈ ਜਾਂ ਇਸ ਦੀ ਬੁਨਿਆਦ ਸਦੀਆਂ ਪੁਰਾਣੀ ਸੱਭਿਅਤਾ ਦੇ ਮੁੱਢਲੇ ਸਮੇਂ ਤੋਂ ਲੈ ਕੇ ਟਿਕੀ ਹੋਈ ਹੈ। ਇਸ ਬਾਰੇ ਡੂੰਘਾਈ ਵਿੱਚ ਵਿਚਾਰ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ। ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲੀਆਂ 3 ਸਦੀਆਂ ਇਤਿਹਾਸ ਦੀਆਂ ਕਾਲੀਆਂ ਸਦੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਲੁੱਟ ਖੋਹ, ਕਤਲੋਗਾਰਤ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਨੇ ਨਿਮਾਣੇ ਅਤੇ ਨਿਤਾਣੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਰੱਖਿਆ ਸੀ। ਸਮੁੱਚੇ ਜਗਤ ਦੇ ਹਾਲਾਤਾਂ ਵਾਂਗ ਮਾਲਵਾ ਦੇਸ਼, ਜੰਗਲ ਦੇਸ਼ ਦੀ ਵਿਰਲੀ ਟਾਵੀਂ ਵਸੋਂ ਵੀ ਵਧੇਰੇ ਲੁੱਟ ਅਤੇ ਜ਼ਬਰ ਦੇ ਪਰਛਾਵੇਂ ਹੇਠ ਸੀ ਕਿਉਂਕਿ ਜੰਗਲ ਦੇਸ਼ ਦੀ ਮਾਰੂਥਲ ਅਤੇ ਜੰਗਲਾਤ ਵਾਲੀ ਭੂਗੋਲਿਕ ਸਥਿਤੀ ਦੇਸ਼ ਵਿਦੇਸ਼ ਦੇ ਧਾੜਵੀਆਂ ਹਮਲਾਵਾਰਾਂ ਦੇ ਲਈ ਲੁੱਟਣਗਾਹ ਅਤੇ ਲੁਕਣਗਾਹ ਬਣੀ ਹੋਈ ਸੀ। ਜੰਗਲ ਦੇਸ਼ ਅਖਵਾਉਂਦਾ ਲੱਖੀ ਜੰਗਲ ਇਲਾਕਾ ਖੇਤਰਫਲ ਪੱਖੋਂ ਭਾਵੇਂ ਸਤਲੁਜ ਦੇ ਘੱਗਰ ਦਰਿਆਵਾਂ ਵਿਚਕਾਰ ਵਿਸ਼ਾਲ ਥਾਂ ਵਿੱਚ ਫੈਲਿਆ ਹੋਇਆ ਸੀ, ਪਰ ਇਸ ਦੀ ਰਾਜਧਾਨੀ ਵਜੋਂ ਮਕਬੂਲ ਕੇਂਦਰ ਬਿੰਦੂ ਬਠਿੰਡਾ ਤੋਂ ਉੱਤਰ ਪੱਛਮ ਇੱਕ ਢਾਬ ਕਿਨਾਰੇ ਗੋਨੇਆਣਾ ਨਜ਼ਦੀਕ ਮੰਨਿਆ ਜਾਂਦਾ ਸੀ। ਇੱਥੇ ਅੱਜ ਕੱਲ੍ਹ ਪਿੰਡ ਲੱਖੀ ਜੰਗਲ ਆਬਾਦ ਹੋ ਚੁੱਕਾ ਹੈ ਅਤੇ 4 ਗੁਰੂ ਸਾਹਿਬਾਨ ਦੀ ਯਾਦ ਵਿੱਚ ਗੁਰਦੁਆਰਾ ਲੱਖੀ ਜੰਗਲ ਸੁਸ਼ੋਭਿਤ ਹੈ। ਲੱਖੀ ਦੇ ਜੰਗਲ ਵਿੱਚ ਲੁੱਟ ਖੋਹ ਲਈ ਇਸ ਸਮੇਂ ਦੌਰਾਨ ਵੱਖ-ਵੱਖ ਜ਼ੋਰਾਵਰਾਂ ਦੀ ਚੌਧਰ ਰਹੀ। ਢਿੰਗੋਜ਼ੋਰੀ ਵਿਰੁੱਧ ਡਟਣ ਵਾਲੇ ਕਬੀਲੇ ਇੱਥੇ ਰਹਿ ਕੇ ਇਬਰਾਹਿਮ ਲੋਧੀ ਦਾ ਦਿੱਲੀ ਤੋਂ ਤਖਤਾ ਪਲਟਣ ਲਈ ਮੁਹਿੰਮਾਂ ਚਲਾਉਂਦੇ ਰਹੇ ਅਤੇ ਆਪਣੀ ਕੂਟਨੀਤੀ ਅਨੁਸਾਰ ਬਾਦਸ਼ਾਹ ਬਾਬਰ ਪਾਸੋਂ ਸਮਰਥਨ ਦਾ ਆਦਾਨ ਪ੍ਰਦਾਨ ਕਰਦੇ ਰਹੇ। ਇੱਕ ਦੰਤ ਕਥਾ ਅਨੁਸਾਰ ਲੱਖੀ ਨਾਮ ਦੇ ਚੌਧਰੀ ਨੇ ਬਾਬਰ ਤੋਂ ਇਸ ਜੰਗਲ ਦੀ ਚੌਧਰ ਹਾਸਲ ਕੀਤੀ ਜੋ ਆਪਣੀਆਂ ਮਾਰਾਂ ਵਿੱਚੋਂ ਬਾਦਸ਼ਾਹ ਬਾਬਰ ਨੂੰ ਸਾਲਾਨਾ ਮਾਮਲਾ ਅਦਾ ਕਰਦਾ ਸੀ। ਬਾਬਰ ਬਾਦਸ਼ਾਹ ਦੇ ਜ਼ੁਲਮਾਂ ਨੇ ਵੀ ਹਿੰਦੁਸਤਾਨ ਨੂੰ ਖੂਬ ਪੈਪੇਤ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਆਖ ਕੇ ਜ਼ਬਰ ਵਿਰੁੱਧ, ਜ਼ੁਲਮ ਵਿਰੁੱਧ ਆਵਾਜ਼ ਉਠਾਈ। ਨਾਮ ਬਾਣੀ ਦੇ ਸਹਾਰੇ ਲੋਕਾਂ ਨੂੰ ਭੈ ਮੁਕਤ ਹੋਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਤਹਿਤ ਗੁਰੂ ਜੀ ਨੇ ਲੱਖੀ ਜੰਗਲ ਦੇ ਕੇਂਦਰੀ ਸਥਾਨ 'ਤੇ ਜਪਜੀ ਸਾਹਿਬ ਦੇ ਪਾਠ ਕੀਤੇ, ਸਭਨਾਂ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੀ ਕਿਰਪਾ ਸਦਕਾ ਸੁੰਨੇ ਮਾਰੂਥਲੀ ਜੰਗਲ ਵਿੱਚ ਕਿਰਤੀ ਲੋਕਾਂ ਦੀ ਠਹਿਰ ਹੋਣ ਲੱਗੀ। ਨਿਆਸਰਿਆਂ ਨੂੰ ਆਸਰਾ ਮਿਲਣ ਲੱਗਾ। ਜੈਸਲਮੇਰ, ਲੁਧਰਵਾਂ ਅਤੇ ਹੋਰਨਾਂ ਵੱਡੀਆਂ ਰਿਆਸਤਾਂ ਵਿੱਚੋਂ ਕੱਢੇ ਗਏ ਇਨਸਾਫ ਪਸੰਦ ਲੋਕ ਇੱਥੇ ਸ਼ਰਨ ਲੈਣ ਲੱਗੇ। ਬਰਾੜ, ਵੰਸ਼ੀ, ਭੱਲਣ ਕੇ, ਮਹਿਮੇ ਕੇ, ਅਬਲੂ ਕੇ, ਵਿੰਝੂ ਕੇ ਤੇ ਮੋਹਨ ਕੇ ਆਦਿ ਇੱਥੇ ਹੋਰਨਾਂ ਗੋਤਾਂ, ਜਾਤਾਂ, ਮਜ਼ਹਬਾਂ ਅਤੇ ਕਬੀਲਿਆਂ ਦੀ ਅਗਵਾਈ ਕਰਕੇ ਆਬਾਦ ਹੋਣ ਲਈ ਤਰੱਦਦ ਕਰਨ ਲੱਗੇ। 16ਵੀਂ ਸਦੀ ਦੇ ਅਖੀਰ ਵਿੱਚ ਲੱਖੀ ਜੰਗਲ ਕੇਂਦਰੀ ਸਥਾਨ ਤੋਂ 3-4 ਕੋਹ ਚੜ੍ਹਦੇ ਪਾਸੇ ਵਿੰਝੂ ਦੇ ਪੁੱਤਰਾਂ ਸਿਕੰਦਰ, ਭਲਵਾਨ, ਮਲਿਕ ਮੁਬਾਰਕ ਅਤੇ ਧੀ ਖੇਮੋ ਨੇ ਵੱਖ-ਵੱਖ ਮਜ਼ਹਬਾਂ ਦੇ ਸਹਿਯੋਗ ਦੇ ਨਾਲ ਅਤੇ ਪਿੰਡ ਹਰ ਰਾਏਪੁਰ, ਜੰਡਾਵਾਲਾ, ਜੀਦਾ, ਗੋਨੇਆਣਾ ਅਤੇ ਖੇਮੇਆਣਾ ਨੂੰ ਆਬਾਦ ਕਰਨ ਦੀ ਸ਼ੁਰੂਆਤ ਕੀਤੀ। 17ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ। ਉਸ ਸਮੇਂ ਦੀ ਸਥਿਤੀ ਅਨੁਸਾਰ ਇੱਥੇ ਕੁਝ ਭਾਰੂ ਕਬੀਲੇ ਕਮਜ਼ੋਰ ਕਬੀਲਿਆਂ ਨੂੰ ਆਬਾਦ ਹੋਣ ਤੋਂ ਰੋਕਦੇ ਸਨ, ਪਰ ਮਹਾਬਲੀ ਬੰਦੀ ਛੋੜ ਦਾਤਾ ਨੇ ਤਕੜਿਆਂ ਦਾ ਏਕਾਧਿਕਾਰ ਤੋੜ ਕੇ ਇੱਥੇ ਸਮੂਹ ਕਿਰਤੀ ਕਬੀਲਿਆਂ ਨੂੰ ਸਰਬ ਸਾਂਝੇ ਗੁਲਦਸਤੇ ਦਾ ਰੂਪ ਦੇ ਕੇ ਪੱਕੇ ਪੈਰੀਂ ਵਸਾਇਆ ਅਤੇ ਆਪਣਾ ਘੋੜਾ ਫੇਰ ਕੇ ਆਬਾਦਕਾਰਾਂ ਲਈ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਕੀਤੀਆਂ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਸੈਂਕੜੇ ਘੋੜ ਸਵਾਰਾਂ ਦੇ ਜਥੇ ਸਮੇਤ ਇੱਥੇ ਕਈ ਹਫ਼ਤੇ ਦਾ ਪੜਾਅ ਕੀਤਾ ਅਤੇ ਖੇਤੀ ਆਬਾਦਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਧਰਤੀ ਦਾ ਕਾਲ ਕੱਟਣ ਦੇ ਵਾਰ ਦਿੱਤੇ। ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 18ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਆਪਣੀ ਚਰਨ ਛੋਹ ਦੇ ਕੇ ਜੰਗਲ ਦੇਸ਼ ਦੀ ਮਾਰੂਥਲੀ ਧਰਤੀ ਨੂੰ ਜਰਖੇਜ਼ ਹੋਣ ਦਾ ਵਰਦਾਨ ਬਖਸ਼ਿਆ, ਜਿਸ ਬਾਰੇ ਜ਼ਿਕਰ ਆਉਂਦਾ ਹੈ। ਅਵਨੀ ਜੰਗਲ ਦੇਸ਼ ਕੀ ਬਹੁ ਅੰਨ ਉਪਾਵੈ, ਅਬ ਤੇ ਦੁਗਣੇ ਚੌਗੁਣੇ 8 ਗੁਣਾ ਜਮਾਵੈ, ਹੋਏ ਹਮਾਰਾ ਮਾਲਵਾ ਜਿਤ ਕਿਤ ਬਿਦ ਤਾਵੈ, ਉਪਜੈ ਸਿੰਘ ਸਹੰਸਰ
ਹੀ ਮਲਵਈ ਕਹਾਵੇ। ਜੰਗਲ ਦੇ ਇਸ ਇਲਾਕੇ ਵਿੱਚ ਉਸ ਸਮੇਂ ਨਾ ਕੋਈ ਸ਼ਹਿਰ ਸੀ, ਨਾ ਮਾਰਗ ਸੀ, ਨਾ ਕੋਈ ਨਹਿਰ ਸੀ, ਨਾ ਹੀ ਸਮਾਰਕ ਲਈ ਜੰਗਲ ਦੇ ਦਰਖਤ ਫਲਦਾਇਕ ਸਨ। ਪੀਣ ਵਾਲੇ ਪਾਣੀ ਲਈ ਦੂਰ ਦੁਰਾਡੇ ਕੋਈ ਵਿਰਲੀ ਢਾਬ ਮਿਲਦੀ ਸੀ। ਇਸ ਜੰਗਲ ਵਿੱਚ ਅਨੇਕਾਂ ਚੁਣੌਤੀਆਂ ਜਿਵੇਂ ਰੇਗਿਸਤਾਨ ਦੀ ਭਰਮਾਰ, ਤੇਜ਼ ਹਨੇਰੀਆਂ, ਕਾਲ ਪੈ ਜਾਣੇ ਤੇ ਰੋਜ਼ਾਨਾ ਜੰਗਾਂ ਯੁੱਧਾਂ ਵਾਲੇ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਣ ਲਈ ਸਿਰਫ ਚਿੱਬੜ, ਮਤੀਰੀ, ਕਿੱਕਰਾਂ ਦੇ ਤੁੱਕੇ, ਕਰੀਰਾਂ ਦੇ ਡੇਲੇ, ਵੜਾਂ ਦੇ ਪੀਲੂ, ਜੰਡਾਂ ਦੀਆਂ ਫਲੀਆਂ ਤੇ ਕੰਡਿਆਲਾ ਭਖੜਾ ਹੀ ਖੁਰਾਕੀ ਵਸਤਾਂ ਸਨ। ਪਰ ਗੁਰੂ ਸਾਹਿਬਾਨ ਵੱਲੋਂ ਦਿਖਾਏ ਮਾਰਗ ਸਦਕਾ ਇੱਥੋਂ ਦੇ ਆਬਾਦ ਘਰਾਂ ਵਿੱਚ ਇਸ ਧਰਤੀ ਜ਼ਮੀਨ ਪ੍ਰਤੀ ਅਜਿਹੀ ਜਜ਼ਬਾਤੀ ਖਿੱਚ ਪੈਦਾ ਹੋਈ ਕਿ ਕਿਸਾਨ ਤੇ ਕਿਰਤੀ ਕਬੀਲਿਆਂ ਨੇ ਦੁਰਭਿੱਖ ਕਾਲਾਂ ਦੇ ਦੁੱਖ ਸਹਿ ਕੇ ਤੇ ਪਾਣੀ ਤੋਂ ਪਿਆਸੇ ਰਹਿ ਕੇ ਇਸ ਧਰਤੀ 'ਤੇ ਆਪਣਾ ਅਧਿਕਾਰ ਕਾਇਮ ਰੱਖਿਆ। ਸੈਂਕੜੇ ਸਾਲਾਂ ਵਿੱਚ ਇਸ ਮਾਰੂਥਲੀ ਜੰਗਲ ਵਿਚਲੇ ਟਿੱਬਿਆਂ ਅਤੇ ਮਲੇ ਝਾੜੀਆਂ ਨੂੰ ਸਾਫ਼ ਕਰਕੇ ਅੰਨ ਉਪਜ ਦੀ ਭੋਏ ਦੇ ਰੂਪ ਵਿੱਚ ਆਬਾਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗਲ ਰਾਜ ਕਾਲ ਦੌਰਾਨ ਵੀ ਉਕਤ ਖੇਤਰ ਦੇ ਕਾਸ਼ਤਕਾਰਾਂ ਨੇ ਆਪਣੀਆਂ ਜ਼ਮੀਨਾਂ 'ਤੇ ਮਾਲਕੀ ਅਧਿਕਾਰਾਂ ਨੂੰ ਬਰਕਰਾਰ ਰੱਖਿਆ। ਉਹ ਭਾਵੇਂ ਕਿਸੇ ਸਮੇਂ ਮੁਗਲ ਸਰਕਾਰ ਨੂੰ ਮਾਲਕੀ ਟੈਕਸ ਅਦਾ ਕਰਕੇ ਤੇ ਕਿਸੇ ਸਮੇਂ ਬਿਨਾਂ ਟੈਕਸ ਤੋਂ ਹੀ, ਪਰ ਇਹਨਾਂ ਜ਼ਮੀਨਾਂ ਤੋਂ ਕਾਸ਼ਤਕਾਰਾਂ ਦੀ ਕਾਬਜ਼ ਮਾਲਕੀ ਕਦੇ ਵੀ ਨਹੀਂ ਸੀ ਹਟੀ। ਅੰਗਰੇਜ਼ੀ ਰਾਜ ਕਾਲ ਦੌਰਾਨ ਉਕਤ ਜ਼ਮੀਨ ਵਾਲੇ ਪਿੰਡ ਤਾਕਤਵਰ ਹੋਈ ਰਿਆਸਤ ਫਰੀਦਕੋਟ ਨੇ ਪੱਕੇ ਤੌਰ 'ਤੇ ਆਪਣੇ ਰਾਜ ਪ੍ਰਬੰਧ ਅਧੀਨ ਕਰ ਲਏ ਤੇ ਸੰਨ 1879 ਈਸਵੀ ਵਿੱਚ ਅੰਗਰੇਜ਼ੀ ਨਿਯਮਾਂ ਅਨੁਸਾਰ ਸੈਟਲਮੈਂਟ ਕੀਤੀ। ਸੰਨ 1899 ਵਿੱਚ ਰਿਆਸਤ ਦੇ ਸਾਰੇ ਪਿੰਡਾਂ ਦੇ ਮਾਮਲੇ ਦੀ ਅਸੈਸਮੈਂਟ ਕੀਤੀ ਗਈ, ਜਿਸ ਅਨੁਸਾਰ ਰਿਆਸਤ ਸਰਕਾਰ ਨੂੰ ਸਾਰੇ ਪਿੰਡਾਂ ਦੇ ਆਲਾ ਮਾਲਕ ਹੱਕ ਅਤੇ ਕਾਸ਼ਤਕਾਰ ਕਿਸਾਨਾਂ ਨੂੰ ਅਦਨਾ ਮਾਲਕ ਕਰਾਰ ਦਿੱਤਾ ਗਿਆ। ਸੰਨ 1982 ਵਿੱਚ ਕਾਸ਼ਤਕਾਰਾਂ 'ਤੇ ਵੱਡਾ ਬੋਝ ਪਾ ਕੇ ਮਾਮਲੇ ਦੀ ਦਾਰ ਨੀਅਤ ਕੀਤੀ ਗਈ ਤੇ ਰਿਆਸਤ ਦੇ ਬਹੁਗਿਣਤੀ ਪਿੰਡਾਂ ਵਿੱਚ ਕਾਸ਼ਤਕਾਰਾਂ ਪਾਸੋਂ ਜਿਣਸ ਬਟਾਈ ਤੋਂ ਨਕਦੀ ਵਿੱਚ ਲੈਣ ਦਾ ਨਿਯਮ ਬਣਾਇਆ ਗਿਆ। ਫਰੀਦਕੋਟ ਰਿਆਸਤ ਵੱਲੋਂ ਬਣਾਏ ਕਾਸ਼ਤਕਾਰ ਮਾਰੂ ਨਿਯਮਾਂ ਖਿਲਾਫ ਲੋਕਾਂ ਵਿੱਚ ਰੋਹ ਉੱਠਣ ਲੱਗਾ। ਜਦੋਂ ਸਟੇਟ ਪਟਿਆਲਾ ਸਮੇਤ ਹੋਰਨਾਂ ਵੱਡੀਆਂ ਰਿਆਸਤਾਂ ਵਿੱਚ ਅਜਿਹੇ ਕਾਨੂੰਨ ਬਣਨ ਲੱਗੇ ਤਾਂ ਜਨਤਕ ਰੋਹ ਦਾ ਇਲਾਵਾ ਪ੍ਰਜਾ ਮੰਡਲ ਲਹਿਰ ਦੇ ਰੂਪ ਵਿੱਚ ਅਜਿਹਾ ਫੁੱਟਿਆ ਕਿ ਜਨਤਕ ਰੋਹ ਅੱਗੇ ਜਿੱਥੇ ਪਿਤਾ ਪੁਰਖੀ ਰਾਜੇ ਮਹਾਰਾਜੇ ਆਪਣੀਆਂ ਰਿਆਸਤੀ ਸਰਕਾਰਾਂ ਗੁਆ ਬੈਠੇ, ਉੱਥੇ ਰਿਆਸਤੀ ਰਾਜਿਆਂ ਦੀ ਪੁਸ਼ਪਨਾਹੀ ਕਰਨ ਵਾਲੇ ਅੰਗਰੇਜ਼ੀ ਸਾਮਰਾਜ ਤੋਂ ਵੀ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਲੋਕ ਰਾਜ ਪ੍ਰਬੰਧ ਦਾ ਨਵਾਂ ਦੌਰ ਸ਼ੁਰੂ ਹੋਇਆ। ਕਿਰਤੀਆਂ ਦਾ ਸਮਰਥਨ ਗੁਆ ਚੁੱਕੀਆਂ ਦੇਸ਼ ਦੀਆਂ 565 ਰਿਆਸਤਾਂ ਆਪਣੇ ਕਾਇਦੇ ਕਾਨੂੰਨ ਸਮੇਟ ਕੇ ਦੇਸ਼ ਦੀ ਗਣਰਾਜ ਪ੍ਰਣਾਲੀ ਵਿੱਚ ਮਰਜ ਹੋ ਗਈਆਂ। ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਨਾਲਾਗੜ੍ਹ, ਕਲਸੀਆਂ, ਮਲੇਰਕੋਟਲਾ ਅਤੇ ਕਪੂਰਥਲਾ ਰਿਆਸਤਾਂ ਭੰਗ ਕਰਕੇ ਪੈਪਸੂ ਸੂਬਾ ਬਣਿਆ। ਕਾਸ਼ਤਕਾਰਾਂ ਦੇ ਹਿੱਤਾਂ ਲਈ ਉਹਨਾਂ ਦੀ ਕਾਸ਼ਤ ਦੇ ਹੇਠ ਵਹਿੰਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਆਕੂਪੈਂਸੀ ਇਨਹੈਂਸ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ 1 ਐਕਟ 1952 ਅਤੇ ਪੈਪਸੂ ਆਕੂਪੈਂਸੀ ਇਨਹੈਂਸ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ 1 ਐਕਟ 1954 ਪਾਸ ਕੀਤੇ ਗਏ। ਸਰਕਾਰ ਵੱਲੋਂ ਪੰਜਾਬ ਲੈਂਡ ਰੈਵਨਿਊ ਰੂਲਸ ਦੇ ਆਰਟੀਕਲ 72 ਸੈਕਸ਼ਨ ਦੇ ਤਹਿਤ ਮੁਜਾਰਾ ਤੇ ਅਦਨਾ ਮਾਲਕ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਲੋੜੀਂਦੀਆਂ ਤਬਦੀਲੀਆਂ ਨੂੰ ਇੰਤਕਾਲ ਦੀ ਕਾਰਵਾਈ ਦਾ ਸਹਾਰਾ ਲਾਏ ਬਿਨਾਂ ਸਿੱਧੇ ਤੌਰ 'ਤੇ ਸਾਲਾਨਾ ਜ਼ਮਨੀ ਰਿਕਾਰਡਾਂ ਵਿੱਚ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਉਪਰੰਤ ਪੰਜਾਬ ਅਤੇ ਪੈਪਸੂ ਸਟੇਟ ਅੰਦਰ ਵੱਡੀ ਤਾਦਾਦ ਵਿੱਚ ਕਾਸ਼ਤਕਾਰਾਂ ਨੇ ਆਪਣੀ ਕਾਸ਼ਤ ਵਾਲੀਆਂ ਜ਼ਮੀਨਾਂ ਦੇ ਮਾਲ ਰਿਕਾਰਡ ਵਿੱਚ ਮਾਲਕੀ ਹੱਕ ਪ੍ਰਾਪਤ ਕੀਤੇ, ਪਰ ਇਸ ਤਹਿਤ ਸਾਲ 1962 ਤੋਂ 63 ਤੱਕ ਵਿਭਾਗੀ ਪੱਤਰ ਆਉਣ ਦੇ ਬਾਵਜੂਦ ਵੀ ਪ੍ਰਬੰਧਕੀ ਕਾਰਨਾਂ ਕਰਕੇ ਜੰਡਾਵਾਲਾ, ਹਰਰਾਏਪੁਰ, ਜੀਦਾ, ਗੋਨਿਆਣਾ, ਖੇਮੂਆਣਾ ਅਤੇ ਵਿਰਕ ਕਲਾਂ ਦੀ 3701 ਏਕੜ ਜ਼ਮੀਨ ਕਾਸ਼ਤਕਾਰਾਂ ਦੇ ਨਾਮ ਤਬਦੀਲ ਹੋਣ ਤੋਂ ਰਹਿ ਗਈ। ਸਾਲ 2012 ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਨੇ ਆਪਣੇ ਫੈਸਲੇ ਰਾਹੀਂ ਉਕਤ ਜ਼ਮੀਨ ਨੂੰ ਕਾਸ਼ਤਕਾਰਾਂ ਦੇ ਨਾਮ ਤਬਦੀਲ ਕਰਨ ਦਾ ਅਮਲ ਸ਼ੁਰੂ ਕੀਤਾ, ਜਿਸ ਨੂੰ ਮੌਜੂਦਾ ਪੰਜਾਬ ਸਰਕਾਰ ਵੱਲੋਂ ਵੱਡਾ ਘਪਲਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 8000 ਕਰੋੜ ਰੁਪਏ ਦੀ 3701 ਏਕੜ ਪੰਚਾਇਤੀ ਜ਼ਮੀਨ ਕਿਵੇਂ ਪ੍ਰਾਈਵੇਟ ਬੰਦਿਆਂ ਦੇ ਨਾਮ ਤਬਦੀਲ ਕੀਤੀ ਗਈ। ਅਸਲੀਅਤ ਅਨੁਸਾਰ ਪੰਚਾਇਤ ਵਿਭਾਗ ਜਾਂ ਸਥਾਨਕ ਪੰਚਾਇਤਾਂ ਦਾ ਇਸ ਜ਼ਮੀਨ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਨਾ ਹੀ ਕਦੇ ਪਹਿਲਾਂ ਸੀ। ਸਦੀਆਂ ਤੋਂ ਲੈ ਕੇ ਆਪਣੇ ਪੁਰਖਿਆਂ ਦੀ ਵਿਰਾਸਤ ਅਨੁਸਾਰ ਇਸ ਜ਼ਮੀਨ ਨਾਲ ਸੰਬੰਧਿਤ ਕਾਸ਼ਤਕਾਰ ਕਿਸਾਨਾਂ ਨੂੰ ਪ੍ਰਾਈਵੇਟ ਪਲੇਅਰ ਕਹਿਣਾ ਉੱਕਾ ਹੀ ਸ਼ੋਭਦਾ ਨਹੀਂ, ਕਿਉਂਕਿ ਇਹ ਕਿਸਾਨ ਕੋਈ ਅਚਾਨਕ ਆਏ ਭੂ ਮਾਫੀਆ ਗਰੋਹ ਨਹੀਂ ਹਨ, ਸਗੋਂ ਕਾਸ਼ਤਕਾਰ ਇਹਨਾਂ ਖੇਤਾਂ ਦੇ ਉਹ ਪੁੱਤਰ ਹਨ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮੀਨਾਂ 'ਤੇ ਅੱਖ ਰੱਖਦੇ ਪਿਤਾ ਪੁਰਖੀ ਰਾਜਿਆਂ ਨੂੰ ਰਾਜ ਭਾਗ ਤੋਂ ਲਾਂਭੇ ਕੀਤਾ ਅਤੇ ਇਹਨਾਂ ਦੇ ਹੱਕਾਂ ਲਈ ਝੰਡਾ ਬਰਦਾਰ ਬਣਨ ਵਾਲੇ ਆਗੂਆਂ ਬਾਬੂ ਬ੍ਰਿਸ਼ਭਾਨ, ਗਿਆਨੀ ਜ਼ੈਲ ਸਿੰਘ ਨੂੰ ਪੈਪਸੂ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਦੇਸ਼ ਦੇ ਰਾਸ਼ਟਰਪਤੀ ਪਦਾਂ 'ਤੇ ਲਿਜਾ ਕੇ ਨਿਵਾਜਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਾਲਾ 70 ਸਾਲਾਂ ਦਾ ਰਾਜ ਪ੍ਰਬੰਧ ਬਦਲਣ ਦਾ ਸੰਕਲਪ ਐਲਾਨ ਕੇ ਸੱਤਾ ਵਿੱਚ ਆਈ ਪੰਜਾਬ ਦੀ ਆਪ ਸਰਕਾਰ ਨੂੰ ਕਿਸਾਨ ਕਾਸ਼ਤਕਾਰੀ ਹੱਕਾਂ ਦੇ ਮੁੱਦੇ 'ਤੇ ਆਪਣੀ ਕਾਰਗੁਜ਼ਾਰੀ ਦੀ ਸਵੈ ਪੜਚੋਲ ਕਰਨੀ ਚਾਹੀਦੀ ਹੈ ਅਤੇ ਬੀਤੇ 70 ਸਾਲਾਂ ਦੌਰਾਨ ਪ੍ਰਬੰਧਕੀ ਤਰੁੱਟੀਆਂ ਕਾਰਨ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦੇਣ ਦੇ ਲਟਕੇ ਮਸਲੇ ਤੁਰੰਤ ਹੱਲ ਕਰਨੇ ਚਾਹੀਦੇ ਹਨ।
ਧੰਨਵਾਦ।